सत श्री अकाल जी, तुसीं देख रहे हो लिविंग इंडिया न्यूज़। तुहाडे नाल मैं हां अनुबीर ते खास प्रोग्राम विच असीं गल करांगे इस एक अजिहे परिवार दी जो कि गरीबी दे आलम दे विच जीउण लई मजबूर है। जिला पठानकोट दे विधान सभा हलका सुजानपुर दे अधीन पैंदे पिंड समाणू विखे एक दिल नूं झंझोड़ देण वाला एक मामला सामने आया, जिथे कि एक घर विच गरीबी ने अपने पैर पसारे हुए ने अते परिवार दे वल्लों मदद दी अपील कीती जा रही है। ਅੱਜ ਬੇਸ਼ੱਕ ਹਰ ਪਾਰਟੀ ਆਪਣੇ ਕੀਤੇ ਕੰਮਾਂ ਦਾ ਗੁਣਗਾਨ ਕਰਦੀ ਹੈ। ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਸਾਡੀ ਪਾਰਟੀ ਸੱਤਾ 'ਚ ਸੀ ਤਾਂ ਅਸੀਂ ਕਿਵੇਂ ਗਰੀਬ ਲੋਕਾਂ ਦਾ ਭਲਾ ਕੀਤਾ, ਕਿਵੇਂ ਉਹਨਾਂ ਲਈ ਨਵੀਆਂ ਸਕੀਮਾਂ ਬਣਾਈਆਂ, ਪਰ ਉਹਨਾਂ ਸਕੀਮਾਂ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਜਾਂ ਫਿਰ ਨਹੀਂ, ਇਹ ਦੇਖਣਾ ਸ਼ਾਇਦ ਲੀਡਰ ਭੁੱਲ ਜਾਂਦੇ ਨੇ। ਲਿਵਿੰਗ ਇੰਡੀਆ ਨਿਊਜ਼ ਦੀ ਟੀਮ ਵੱਲੋਂ ਜਦੋਂ ਸਮਾਣੂ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਪਿੰਡ ਵਿੱਚ ਇੱਕ ਪਰਿਵਾਰ, ਜਿੱਥੇ ਪਰਿਵਾਰ ਦਾ ਮੁਖੀ ਮੁਖਤਿਆਰ ਸਿੰਘ, ਜਿਸ ਦੀ ਉਮਰ ਤਕਰੀਬਨ 70 ਤੋਂ 75 ਸਾਲ ਹੈ, ਜੋ ਬਿਮਾਰੀ ਦੇ ਚੱਲਦੇ ਚੱਲ ਫਿਰ ਨਹੀਂ ਸਕਦਾ, ਉਹ ਆਪਣੇ ਪਰਿਵਾਰ ਦੇ ਨਾਲ ਗਰੀਬੀ ਦੀ ਹਾਲਤ ਵਿੱਚ ਰਹਿਣ ਨੂੰ ਮਜਬੂਰ ਨੇ। ਘਰ ਕੱਚਾ ਹੈ ਅਤੇ ਛੱਤ ਟੀਨਾਂ ਵਾਲੀ ਹੈ, ਜੋ ਬਰਸਾਤ ਦੇ ਦਿਨਾਂ ਦੇ ਵਿੱਚ ਜਗ੍ਹਾ ਤੋਂ ਚੋਣ ਲੱਗ ਜਾਂਦੀ ਹੈ ਅਤੇ ਜੋ ਕਮਰਿਆਂ ਦੇ ਵਿੱਚ ਥੋੜਾ ਬਹੁਤ ਸਮਾਨ ਹੈ ਉਹ ਵੀ ਗਿੱਲਾ ਹੋ ਜਾਂਦਾ ਹੈ। ਇਸ ਤੋਂ ਬਾਅਦ ਕਮਰੇ ਅੰਦਰ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਜੇ ਗਰਮੀ ਦੀ ਗੱਲ ਕਰੀਏ ਤਾਂ ਇਹ ਟੀਨਾਂ ਵਾਲੀ ਛੱਤ ਗਰਮੀ ਵਿੱਚ ਤਪਦੀ ਹੈ ਅਤੇ ਤਾਂ ਵੀ ਅੰਦਰ ਬੈਠਣਾ ਮੁਸ਼ਕਲ ਹੋ ਜਾਂਦਾ ਹੈ। ਕਹਿ ਸਕਦੇ ਹਾਂ ਕਿ ਪਰਿਵਾਰ ਗਰੀਬੀ ਦੀ ਹਾਲਤ ਦੇ ਵਿੱਚ ਜਿਉਣ ਲਈ ਮਜਬੂਰ ਹੈ। ਲਾਭ ਕੋਈ ਨਹੀਂ ਸਕੀਮਾਂ ਦਾ ਮਿਲਿਆ ਜੀ ਸਕੀ ਗਰੀਬ ਬੰਦੇ ਉਹੋ ਹੀ ਜਿਹੜਾ ਲਾਭ ਹੈ ਸਾਨੂੰ, ਜਿਹੜਾ ਅਸੀਂ ਦਿਹਾੜੀ ਮਾੜੀ ਮੋਟੀ ਲਾ ਲੈਂਦੇ ਹਾਂ, ਕਦੀ ਲੱਗਦੀ ਹੈ ਕਦੀ ਨਹੀਂ ਲੱਗਦੀ, ਤੇ ਕਣਕ ਵੀ ਮਾੜੀ ਮੋਟੀ ਮਿਲਦੀ ਹੈ, ਪੈਨਸ਼ਨ ਵੀ ਮਿਲਦੀ ਹੈ, ਇਹਦੇ ਨਾਲ ਵਕਤ ਪਾਸ ਕਰ ਰਹੇ ਨੇ। ਇਹ ਸਮੱਸਿਆ ਇਹੋ ਹੀ ਹੈ, ਸਾਡੇ ਜਿਹੜੇ ਘਰ ਮਕਾਨ ਨੇ ਇਸ ਲਈ ਹੁਣ ਮਤੇ ਚਿਰ ਦੇ ਬਣੇ ਦੇ ਨੇ, ਅਸੀਂ ਅੱਗੇ ਬਣਾ ਹੀ ਨਹੀਂ ਸਕਦੇ ਤੇ ਨਾ ਕੁਛ ਕਰ ਸਕਦੇ। ਮੰਜੇ ਬਿਮਾਰ ਹੈ, ਮੰਜੇ 'ਤੇ ਪਏ ਰਹੇ ਹਾਂ। ਹੁਣ ਇੱਕ ਬੱਚਾ ਹੈ ਕਮਾਣੇ ਵਾਲਾ, 3-4 रूह खाने वाले न, तो हूँ केह् करे, दवाई दारू करे जां टब्बरे दी रोटी करे पूरी। इस चाल्ली सरकार जी साढ़े बेनती है भी साढ़े कोई मदद कीती जा ते असीं तुहाडा शुक्रिया अदा करिए। ਮੁਖਤਿਆਰ ਸਿੰਘ ਦੀ ਪੋਤਰੀ ਨੇਹਾ ਆਪਣੇ ਦਾਦੇ ਦੀ ਸੇਵਾ ਕਰਨ ਦੇ ਚੱਲਦੇ ਕੱਚੀ ਰਸੋਈ ਵਿੱਚ ਰੋਟੀ ਬਣਾ ਆਪਣੇ ਦਾਦੇ ਨੂੰ ਖਿਲਾ ਰਹੀ ਸੀ। ਸਾਡੀ ਗੱਲ ਉਸ ਬੱਚੀ ਨੇਹਾ ਨਾਲ ਹੋਈ ਤਾਂ ਉਸ ਵੱਲੋਂ ਕਿਹਾ ਗਿਆ ਕਿ ਅਸੀਂ ਬਹੁਤ ਗਰੀਬ ਹਾਂ, ਸਾਡਾ ਘਰ ਵੀ ਟੁੱਟਿਆ ਹੋਇਆ ਹੈ। ਦਾਦਾ ਜੀ ਜੋ ਬਿਮਾਰੀ ਦੇ ਚੱਲਦੇ ਚੱਲ ਫਿਰ ਨਹੀਂ ਸਕਦੇ, ਉਹਨਾਂ ਦੀ ਸੇਵਾ ਵੀ ਮੈਂ ਹੀ ਕਰਦੀ ਹਾਂ। ਕਮਾਈ ਦਾ ਸਾਧਨ ਕੋਈ ਨਹੀਂ ਹੈ। ਨੇਹਾ ਨੇ ਕਿਹਾ ਕਿ ਮੇਰੇ ਪਿਤਾ ਜੀ ਮਜ਼ਦੂਰੀ ਕਰਦੇ ਨੇ, ਜਿਸ ਦਿਨ ਦਿਹਾੜੀ ਲਗਾ ਲੈਂਦੇ ਨੇ, ਘਰ ਦੇ ਵਿੱਚ ਰੋਟੀ ਬਣ ਜਾਂਦੀ ਹੈ, ਨਹੀਂ ਤਾਂ ਲੋਕਾਂ ਦੇ ਘਰੋਂ ਮੇਰੇ ਮਾਤਾ ਜੀ ਜੋ ਕੋਈ ਰੋਟੀ ਦੇ ਦਿੰਦਾ ਹੈ ਤਾਂ ਉਹ ਘਰ ਲਿਆਉਂਦੇ ਨੇ, ਅਸੀਂ ਖਾ ਲੈਂਦੇ ਹਾਂ, ਨਹੀਂ ਤਾਂ ਰਾਤ ਭੁੱਖੇ ਸੌਣਾ ਪੈਂਦਾ ਹੈ। ਨੇਹਾ ਨੇ ਕਿਹਾ ਕਿ ਸਰਕਾਰਾਂ ਵੱਲੋਂ ਜੋ ਪੈਨਸ਼ਨ ਦਾਦਾ ਜੀ ਨੂੰ ਮਿਲਦੀ ਹੈ, ਉਹਨਾਂ ਦਾ ਵੀ ਦਵਾ ਦਾਰੂ ਦੇ ਉੱਤੇ ਹੀ ਖਰਚਾ ਹੋ ਜਾਂਦਾ ਹੈ। ਇਹ ਦਾਦਾ ਮੇਰੇ ਨੇ ਕਿ ਇਹ ਵੀ ਬਿਮਾਰ ਰਹਿੰਦੇ ਨੇ, ਇਹਦੀ ਵੀ ਸੇਵਾ ਕਰਨੀ ਹੁੰਦੀ ਆ ਹੀ, ਤੇ ਡੈਡੀ ਚਲੀ ਜਾਂਦੇ ਆ 20-25 ਕਿਲੋਮੀਟਰ ਜਾਂਦੇ ਆ, ਕੰਮ ਕਰਨ ਜਾਂਦੇ ਆ, ਕਦੇ ਦਿਹਾੜੀ ਲੱਗੀ ਤੇ ਕਦੇ ਨਹੀਂ ਵੀ ਲੱਗੀ। ਇੱਦਾਂ ਰੋਟੀ ਦਾ ਗੁਜ਼ਾਰਾ ਮੁਸ਼ਕਿਲ ਹੋ ਜਾਂਦਾ, ਕਹਿੰਦੇ ਮੰਮੀ ਚਲੀ ਜਾਂਦੀ ਲੋਕਾਂ ਘਰ ਕੰਮ ਕਰਨ ਕਿ ਰੋਟੀ ਦਾ ਗੁਜ਼ਾਰਾ ਹੋ ਜਾਏ, ਕਦੀ ਹੁੰਦਾ ਹੈ ਤੇ ਕਦੀ ਨਹੀਂ ਵੀ ਹੁੰਦਾ ਹੈ। ਤਾਂ ਕੀ ਕਰਨਾ, ਅਸੀਂ ਇਹੋ ਜਿਹਾ ਘਰ ਆ ਸਾਡਾ, ਤਾਂ ਅਸੀਂ ਗਰੀਬ ਬੰਦੇ ਆ, ਸਕੂਲ ਵੀ ਜਾਣਾ ਹੁੰਦਾ ਹੈ, ਮੇਰਾ ਸਕੂਲ ਵੀ ਰਹੀ ਹੁੰਦਾ ਹੈ, ਛੁੱਟੀਆਂ ਬਹੁਤ ਹੁੰਦੀਆਂ, ਦਾਦੇ ਸੇਵਾ ਵੀ ਕਰਨੀ ਹੁੰਦੀ ਹੈ, ਅਤੇ ਫਿਰ ਸਰ ਕਹਿੰਦੇ ਸਕੂਲ ਕਿਉਂ ਨਹੀਂ ਆਉਂਦੇ ਤੁਸੀਂ। ਸਿਰਫ ਇਹੀ ਹੈ ਕਿ ਕਣਕ ਮਿਲਦੀ ਹੈ ਅਤੇ ਕਹਿੰਦੇ ਗੁਜ਼ਾਰਾ ਨਹੀਂ ਹੁੰਦਾ। ਪਠਾਨਕੋਟ ਕੋਈ 25 ਕਿਲੋਮੀਟਰ ਹੋਣਾ, ਤਾਂ ਕਦੀ ਦਿਹਾੜੀ ਲੱਗਦੀ ਹੈ ਤੇ ਕਦੀ ਨਹੀਂ ਲੱਗਦੀ। ਅੱਜ ਵੀ ਮੈਂ ਪਠਾਨਕੋਟ ਤੋਂ ਉਣੇ ਪਹੁੰਚਾ ਜੀ ਘਰ। ਦਿਹਾੜੀ ਨਹੀਂ ਲੱਗੀ ਅੱਜ ਤੁਹਾਡੀ? ਹਾਂਜੀ। ਜਿਹੜਾ ਖਰਚਾ ਤੁਹਾਡਾ ਆਉਣ ਜਾਂਦਾ ਰੋਜ਼ਾਨਾ ਪੈਂਦਾ ਕੋਈ 100 ਰੁਪਈਆ ਜੀ ਡੇਲੀ ਕਿਰਾਇਆ। ਜਿਹੜੀ ਕਣਕ ਮਿਲਦੀ ਹੈ ਘਰ ਦਾ ਗੁਜ਼ਾਰਾ ਹੋ ਜਾਂਦਾ ਉਹਦੇ ਨਾਲ? ਉਹਨੇ ਵੀ ਮੁਸ਼ਕਿਲ ਹੁੰਦਾ ਜੀ। ਹੋਰ ਵੀ ਕਈ ਚੀਜ਼ਾਂ, ਦਾਲਾਂ ਸਬਜ਼ੀਆਂ ਚਾਹੀਦੀਆਂ, ਦੁੱਧ ਦਹੀਂ ਚਾਹੀਦਾ, ਚਾਹ ਚਾਹੀਦੀ ਹੈ। ਹਾਂਜੀ, ਉਹ ਵੀ ਕਦੀ ਮੰਗ ਕੇ ਲਿਆਉਂਦੇ ਹਾਂ, ਨਹੀਂ ਤਾਂ ਨਹੀਂ ਹੁੰਦਾ ਕੰਮ।
ਬੱਚੇ ਦੀ ਪੜ੍ਹਾਈ ਵੀ ਦੇਖਿਆ ਕਿ ਵਿੱਚ ਹਾਂਜੀ। ਰਹਿੰਦੀ ਪਈ ਹੈਗੀ ਹੈ, ਕਿਉਂਕਿ ਘਰ ਦੇ ਵਿੱਚ ਸਾਡੇ ਕੋਲ- ਬਿਮਾਰੀ ਨੇ ਵੀ ਘਰ ਕੀਤਾ ਦਾ, ਹਾਲਾਤ ਵੀ ਘਰ ਦੇ ਮਾੜੇ ਨੇ, ਸੋਰਸ ਆਫ ਇਨਕਮ ਨਹੀਂ ਹੈਗਾ, ਤੇ ਉਹ ਵੀ ਘਰ ਦਾਦੇ ਦੀ ਵੀ ਸੇਵਾ ਕਰਦੀ ਪਈ ਹੈ, ਘਰ ਨੂੰ ਵੀ ਸੰਭਾਲਦੀ ਪਈ ਹੈਗੀ ਹੈ। ਮਹਾਰਾਜ ਜੀ ਸਾਡੇ ਕੋਲ ਤਾਂ ਫੀਸ ਨਹੀਂ ਬੱਚੇ ਦੀ ਪੂਰੀ ਹੁੰਦੀ। ਘਰ ਦੇ ਹਾਲਾਤ ਇੰਨੇ ਮਾੜੇ ਨੇ, ਸਰਕਾਰਾਂ ਵੱਲੋਂ ਵਿਕਾਸ ਦੇ ਵਾਅਦੇ ਕੀਤੇ ਜਾਂਦੇ ਨੇ, ਨਵੀਂ ਸਕੀਮਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ। ਹੁਣ ਦੇਖਣਾ ਹੋਵੇਗਾ ਕਿ ਉਹ ਵਿਕਾਸ ਵਾਲੀਆਂ ਸਕੀਮਾਂ ਇਸ ਪਰਿਵਾਰ ਤੱਕ ਕਦੋਂ ਪਹੁੰਚਦੀ ਹੈ। ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ। ਤੇ ਜੇਕਰ ਤੁਸੀਂ ਇਸ ਪਰਿਵਾਰ ਦੀ ਮਦਦ ਕਰਨਾ ਚਾਹੋ, ਤੁਹਾਡੇ ਨਾਲ ਅਸੀਂ ਇੱਕ ਅਕਾਊਂਟ ਨੰਬਰ ਸਾਂਝਾ ਕਰਨ ਜਾ ਰਹੇ ਹਾਂ, ਜਿਸ ਜ਼ਰੀਏ ਤੁਸੀਂ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਤੇ ਗਰੀਬੀ ਦੇ ਵਿੱਚ ਜੋ ਜ਼ਿੰਦਗੀ ਜੀ ਗੁਜ਼ਰ ਬਸਰ ਕਰ ਰਿਹਾ ਹੈ, ਇਸ ਜ਼ਰੀਏ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ। ਇਹਨਾਂ ਅਕਾਊਂਟ ਨੰਬਰ ਤੇ ਤੁਸੀਂ ਪੈਸੇ ਸੈਂਡ ਕਰਕੇ ਜਾਂ ਫਿਰ ਕਿਸੇ ਵੀ ਤਰੀਕੇ ਤੁਸੀਂ ਇਸ ਪਰਿਵਾਰ ਤੱਕ ਪਹੁੰਚ ਦੀ ਮਦਦ ਕਰ ਸਕਦੇ ਹੋ, ਤਾਂ ਜੋ ਇਹ ਪਰਿਵਾਰ ਜੋ ਹੈ ਗਰੀਬੀ ਦੀ ਜ਼ਿੰਦਗੀ ਜੋ ਬਸਰ ਕਰ ਰਿਹਾ ਹੈ ਉਸ ਵਿੱਚੋਂ ਨਿਕਲ ਸਕੇ। ਤਾਂ ਮੁਖਤਾਰ ਸਿੰਘ ਨਾਮ ਤੇ ਅਕਾਊਂਟ ਹੈ, ਤੁਸੀਂ ਇਸ ਅਕਾਊਂਟ ਡਿਟੇਲ ਦੇ ਜ਼ਰੀਏ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ। ਕਿਉਂਕਿ ਗਰੀਬੀ ਦਾ ਮੰਜ਼ਰ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਇਹ ਪਰਿਵਾਰ ਜੋ ਹੈ ਜ਼ਿੰਦਗੀ ਗੁਜ਼ਰ ਬਸਰ ਕਰ ਰਿਹਾ। ਇੱਕ ਬਜ਼ੁਰਗ ਦੇ ਲਈ ਦਵਾਈਆਂ ਖਰੀਦਣੀਆਂ ਵੀ ਮੁਸ਼ਕਿਲ ਹੋ ਰਹੀਆਂ ਨੇ। ਇੱਕ ਬੇਟੀ ਜੋ ਇੱਕ ਬੱਚੀ ਹੈ ਉਹ ਆਪਣੀ ਪੜ੍ਹਾਈ ਜੋ ਹੈ ਉਸ ਨੂੰ ਪੂਰਾ ਨਹੀਂ ਕਰ ਪਾ ਰਹੀ, ਕਿਉਂਕਿ ਪਰਿਵਾਰ ਦੇ ਹਾਲਾਤ ਜੋ ਨੇ ਉਹ ਬਹੁਤ ਹੀ ਮਾੜੇ ਨੇ ਤੇ ਪਰਿਵਾਰ ਦੇ ਵੱਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਤੁਹਾਨੂੰ ਅਸੀਂ ਵੀ ਉਹਨਾਂ ਦੇ ਅਕਾਊਂਟ ਡਿਟੇਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਲਈ ਤੁਸੀਂ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ। ਹਾਲਾਂਕਿ ਸਰਕਾਰਾਂ ਲੱਖ ਦਾਅਵੇ ਕਰਦੀਆਂ ਨੇ, ਲੱਖ ਵਾਅਦੇ ਕਰਦੀਆਂ ਨੇ ਕਿ ਅਸੀਂ ਗਰੀਬਾਂ ਦੀ ਸੁਣਦੇ ਹਾਂ, ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ, ਪਰ ਜਿਸ ਤਰੀਕੇ ਦੀ ਜ਼ਮੀਨੀ ਹਕੀਕਤ ਸਾਹਮਣੇ ਆਈ ਹੈ, ਕਈ ਵੱਡੇ ਸਵਾਲ ਖੜੇ ਕਰਦੀ ਹੈ ਕਿ ਇਹਨਾਂ ਤੱਕ ਸਰਕਾਰਾਂ ਦੀ ਮਦਦ ਕਿਉਂ ਨਹੀਂ ਪਹੁੰਚਦੀ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹੋ ਜਿਹੇ ਗਰੀਬ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ। ਲਿਵਿੰਗ ਇੰਡੀਆ ਨਿਊਜ਼ ਕੋਸ਼ਿਸ਼ ਕਰ ਰਿਹਾ ਹੈ ਕਿ ਇਹਨਾਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ, ਤਾਂ ਜੋ ਸਰਕਾਰ ਜੋ ਹੈ ਇਹਨਾਂ ਤੱਕ ਪਹੁੰਚੇ। ਕਿਉਂਕਿ ਅਸੀਂ ਦੇਖਿਆ ਕਿ ਕਿਸ ਤਰੀਕੇ ਦੀ ਜ਼ਿੰਦਗੀ, ਕਿਸ ਤਰੀਕੇ ਦਾ ਗੁਜ਼ਰ ਬਸਰ ਇਸ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ। ਗਰੀਬੀ ਦਾ ਆਲਮ ਹੈ। ਘਰ ਦੇ ਵਿੱਚ 2 ਵਕਤ ਦੀ ਰੋਟੀ ਪੱਕਣੀ ਵੀ ਮੁਸ਼ਕਿਲ ਹੈ, ਕਿਉਂਕਿ ਘਰ ਦੇ ਵਿੱਚ ਕਮਾਉਣ ਵਾਲਾ ਇੱਕ ਹੈ। ਤਾਂ ਦਵਾਈਆਂ ਦਾ ਜਿਹੜਾ ਹੈ, ਦਵਾਈਆਂ ਦੇ ਪੈਸੇ ਵੀ ਇਸ ਪਰਿਵਾਰ ਦੇ ਕੋਲ ਨਹੀਂ ਨੇ। ਇੱਕ ਬੱਚੀ ਆਪਣੀ ਪੜ੍ਹਾਈ ਛੱਡੀ ਬੈਠੀ ਹੈ, ਕਿਉਂਕਿ ਫੀਸ ਜੋ ਹੈ ਉਸ ਕੋਲੋਂ ਨਹੀਂ ਦੇ ਹੁੰਦੀ। ਤਾਂ ਸਰਕਾਰ ਨੂੰ ਅਜਿਹੇ ਪਰਿਵਾਰਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ, ਇਸ ਗਰੀਬ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਦਾਅਵੇ ਵਾਅਦੇ ਸਰਕਾਰਾਂ ਲੱਖ ਕਰਦੀਆਂ ਨੇ, ਕਈ ਸਰਕਾਰਾਂ ਆਈਆਂ ਕਈ ਗਈਆਂ, ਪਰ ਜੋ ਇਹ ਮੰਜ਼ਰ ਹੈ ਦਿਲ ਨੂੰ ਟੁੰਬਣ ਵਾਲਾ ਹੈ। ਕਿਉਂਕਿ ਇੱਕ ਬੱਚੀ ਆਪਣੇ ਸਕੂਲ ਤੋਂ ਵਾਂਝੀ ਹੈ, ਇੱਕ ਬਜ਼ੁਰਗ ਆਪਣੀਆਂ ਦਵਾਈਆਂ ਤੋਂ ਵਾਂਝਾ ਹੈ, ਸਿਰਫ ਇਸ ਕਰਕੇ ਕਿ ਸਰਕਾਰ ਦੀ ਇਹਨਾਂ ਲੋਕਾਂ ਤੱਕ ਮਦਦ ਨਹੀਂ ਪਹੁੰਚਦੀ। ਪੈਨਸ਼ਨ ਜੋ ਹੈ ਉਹ ਨਾ ਮਾਤਰ, ਉਹਨਾਂ ਦਾ ਕਹਿਣਾ ਹੈ ਕਿ ਪੈਨਸ਼ਨ ਨਾਲ ਮੇਰੀਆਂ ਦਵਾਈਆਂ ਦਾ ਖਰਚਾ ਪੂਰਾ ਨਹੀਂ ਹੁੰਦਾ, ਸਾਡਾ ਰੋਟੀ ਪਾਣੀ ਪੂਰਾ ਨਹੀਂ ਚੱਲਦਾ, ਕਿਉਂਕਿ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਇੱਕ ਹੈ, ਘਰ ਦੀ ਹਾਲਤ ਬਹੁਤ ਮਾੜੀ ਹੈ। ਤਾਂ ਮਦਦ ਦੀ ਅਪੀਲ ਕਰ ਰਹੇ ਨੇ ਸਰਕਾਰ ਤੋਂ, ਉਹਨਾਂ तमाम ਸੰਸਥਾਵਾਂ ਤੋਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਐਕਟਿਵ ਨੇ। ਤਾਂ ਇਸ ਪਰਿਵਾਰ ਦੀ ਪੁਕਾਰ ਕੌਣ ਸੁਣੇਗਾ? ਅਸੀਂ ਇਸ ਖਾਸ ਪੇਸ਼ਕਸ਼ ਜਰੀਏ ਉਹਨਾਂ ਦੀ ਆਵਾਜ਼, ਉਹਨਾਂ ਲੋਕਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਤਾਂ ਸਰਕਾਰ ਤੱਕ ਅਸੀਂ ਆਵਾਜ਼ ਪਹੁੰਚਾਉਣ ਦੀ ਇਸ ਪ੍ਰੋਗਰਾਮ ਜ਼ਰੀਏ ਕੋਸ਼ਿਸ਼ ਕਰਦੇ ਹਾਂ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਹਨਾਂ ਲੋਕਾਂ ਤੱਕ ਮਦਦ ਪਹੁੰਚੇ, ਸਰਕਾਰ ਦੀ, ਉਹਨਾਂ ਸੰਸਥਾਵਾਂ ਦੀ ਜੋ ਕਿ ਮਦਦ ਕਰਦੀਆਂ ਨੇ, ਤਾਂ ਜੋ ਅਜਿਹੇ ਲੋਕ ਜੋ ਨੇ ਚੰਗੀ ਜ਼ਿੰਦਗੀ ਜੀ ਸਕਣ, ਚੰਗਾ ਖਾ ਸਕਣ। ਤਾਂ ਸਰਕਾਰਾਂ ਦੇ ਦਾਅਵੇ ਵਾਅਦੇ ਜਿਹੜੇ ਇੱਥੇ ਖੋਖਲੇ ਸਾਬਿਤ ਹੋ ਰਹੇ ਨੇ, ਕਿਉਂਕਿ ਜ਼ਮੀਨੀ ਹਕੀਕਤ ਜੋ ਹੈ ਉਹ ਦਿਲ ਨੂੰ ਟੁੰਬਣ ਵਾਲੀ ਹੈ। ਜੋ ਪਰਿਵਾਰ ਦੇ ਹਾਲਤ ਨੇ, ਕੱਚੇ ਚੁੱਲ੍ਹੇ ਤੇ ਇਹ ਰੋਟੀਆਂ ਪਕਾ ਰਹੇ ਨੇ। ਤੇ ਰੁਕ ਕਰਾਂਗੇ, ਮੇਰੇ ਸਹਿਯੋਗੀ ਗੁਰਪ੍ਰੀਤ ਉੱਥੇ ਬਣੇ ਹੋਏ ਨੇ। ਗੁਰਪ੍ਰੀਤ, ਇਹ ਪਰਿਵਾਰ ਗਰੀਬੀ ਦੀ ਮਾਰ ਚੱਲ ਰਿਹਾ ਹੈ, ਸਰਕਾਰਾਂ ਨੂੰ ਅਪੀਲ ਕਰ ਰਿਹਾ, ਪਰ ਵੱਡਾ ਸਵਾਲ ਇਹ ਕਿ ਅਜੇ ਤੱਕ ਸਰਕਾਰ ਦੇ ਵੱਲੋਂ ਇਸ ਪਰਿਵਾਰ ਤੱਕ ਪਹੁੰਚ ਕਿਉਂ ਨਹੀਂ ਕੀਤੀ ਗਈ? ਤੇ ਬਿਲਕੁਲ ਦੱਸ ਦੇਣਾ ਚਾਹੁੰਦੇ ਹਾਂ ਕਿ ਸਰਕਾਰਾਂ ਜਿਸ ਤਰ੍ਹਾਂ ਗਰੀਬਾਂ ਦੀ ਮਦਦ ਦੇ ਚੱਲਦੇ
ਕਈ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਬਣਾਉਂਦੀ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ, ਚਾਹੇ ਉਹ ਘਰ ਦੇ ਹਾਲਾਤ ਦਿਖਾ ਦੇਣਾ ਚਾਹੁੰਦੇ ਹਾਂ। ਤੁਸੀਂ ਵੇਖ ਸਕਦੇ ਹੋ ਘਰ ਬਿਲਕੁਲ ਕੱਚਾ ਹੈਗਾ, ਟੀਨਾਂ ਦਾ ਬਣਿਆ ਹੈ। ਜਦ ਅਸੀਂ ਪਹਿਲੇ ਖਬਰ ਕਰਨ ਵਾਸਤੇ ਆਏ ਸੀ ਤੇ ਚਲਦੇ ਜਿਹੜਾ ਉਹ ਜਲਥਲ ਸਗੜਿਆ ਪਾਣੀ ਹੀ ਪਾਣੀ ਹੋ ਗਿਆ ਸੀਗਾ। ਕੱਪੜੇ ਵੀ ਅੰਦਰ ਪਏ ਸੀ, ਖਰਾਬ ਹੋ ਚੁੱਕੇ ਹੈਗੇ ਸੀਗੇ। ਹਾਲਾਤ ਕਾਫੀ ਗੁਰਬਤ ਭਰੀ ਜ਼ਿੰਦਗੀ ਕਰ ਰਿਹਾ ਜਿਹੜੇ ਇਹ ਲੋਕ ਜਿਹੜੇ ਜੀਣ ਨੂੰ ਉੱਚ ਸਰਕਾਰ ਵੱਲੋਂ ਥੋੜਾ ਬਹੁਤਾ ਜਿਹੜਾ ਇਹਨਾਂ ਨੂੰ ਜਿਹੜੇ ਤਾਂ ਇਸ ਪਰਿਵਾਰ ਜੋ ਹੈ ਗੁਰਬਤ ਦੀ ਜ਼ਿੰਦਗੀ ਜਿਉਣ ਨੂੰ ਮਜਬੂਰ ਹੈ। ਸਰਕਾਰਾਂ ਦੇ ਦਾਅਵੇ ਵਾਅਦੇ ਇੱਥੇ ਖੋਖਲੇ ਸਾਬਿਤ ਹੋ ਰਹੇ ਨੇ, ਕਿਉਂਕਿ ਜੋ ਇਹ ਪਰਿਵਾਰ ਦੀ ਹਾਲਤ ਹੈ, ਇੱਕ ਜੋ ਆਮ ਇਨਸਾਨ ਨੂੰ ਜੋ ਸਹੂਲਤਾਵਾਂ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਤੋਂ ਇਹ ਵਾਂਝਾ ਹੈ। ਕਿਉਂਕਿ 2 ਵਕਤ ਦੀ ਰੋਟੀ ਇਨਸਾਨ ਦੇ ਲਈ ਜ਼ਰੂਰੀ ਹੈ, ਦਵਾਈਆਂ ਜ਼ਰੂਰੀ ਨੇ, ਪਰ ਉਹ ਵੀ ਇੰਨੀ ਪਹੁੰਚ ਵੀ ਜੋ ਹੈ ਪਰਿਵਾਰ ਨਹੀਂ ਰੱਖਦਾ। ਤਮੇਸ਼ ਜੋਗੀ ਗੁਰਪ੍ਰੀਤ ਸਾਡੇ ਨਾਲ ਬਣੇ ਹੋਏ ਨੇ। ਗੁਰਪ੍ਰੀਤ, ਕੀ ਮੰਗ ਕਰ ਰਿਹਾ ਹੈ ਪਰਿਵਾਰ? ਜੀ ਬਿਲਕੁਲ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜਾ ਮੁਖੀ ਹੈ ਘਰ ਦਾ, ਮੁਖਤਿਆਰ ਸਿੰਘ ਹੈਗਾ, ਬਿਲਕੁਲ ਬਿਮਾਰੀਆਂ ਨੇ ਜਿਹੜਾ ਘੇਰਿਆ ਹੋਇਆ, ਉਹਨਾਂ ਨੂੰ ਚੱਲ ਫਿਰ ਬਿਲਕੁਲ ਨਹੀਂ ਸਕਦੇ। ਇਹਨਾਂ ਨਾਲ ਚੱਲਣਾ ਫਿਰਨਾ ਕਾਫੀ 4 ਤੋਂ 5 ਸਾਲ ਤਕਰੀਬਨ ਹੋ ਗਏ ਨੇ, ਮੁਸ਼ਕਿਲ ਹੋਇਆ ਪਿਆ ਹੈ। ਘਰ ਦੇ ਪਰਿਵਾਰ ਦੇ ਲੋਕ ਹੀ ਇਹਨਾਂ ਨੂੰ ਜਿਹੜਾ ਅੰਦਰ ਬਾਹਰ ਜਿਹੜਾ ਕਰਦੇ ਹੈਗੇ ਨੇ। ਬਿਲਕੁਲ ਇਹਨਾਂ ਨੇ ਕਿਹਾ ਹੈਗਾ ਜਿਹੜੀ ਪੈਨਸ਼ਨ ਜਿਹੜੀ ਸਾਨੂੰ ਮਿਲ ਰਹੀ ਹੈਗੀ ਆ ਉਸ ਦੇ ਨਾਲ ਘਰ ਦਾ ਗੁਜ਼ਾਰਾ ਕੀ ਕਰੀਏ, ਜਾਂ ਆਪਣੀ ਦਵਾਈਆਂ ਦਾ ਜਿਹੜੀਆਂ ਉਹ ਵੀ ਆਣੀਆਂ ਮੁਸ਼ਕਿਲ ਹੋ ਜਾਂਦੀਆਂ ਹੈਗੀਆਂ। ਕਣਕ ਮਿਲਦੀ ਹੈਗੀ, ਲੇਕਿਨ ਕਣਕ ਦੇ ਨਾਲ ਘਰ ਜਿਹੜਾ ਉਸ ਦਾ ਗੁਜ਼ਾਰਾ ਨਹੀਂ ਹੋ ਰਿਹਾ। ਇੱਕ ਇਹਨਾਂ ਦੀ ਪੋਤਰੀ ਹੈਗੀ ਆ, ਪੜ੍ਹਦੀ ਪਈ ਹੈਗੀ ਸੀਗੀ, ਲੇਕਿਨ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੈਗੇ ਨੇ ਕਿ ਉਹ ਆਪਣੀ ਫੀਸ ਜਿਹੜੀ ਆ ਉਹ ਸਕੂਲ ਦੀ ਨਹੀਂ ਦੇ ਪਾ ਰਹੀ ਹੈਗੀ। ਕਹਿ ਰਿਹਾ ਗੁਰਬਤ ਭਰੀ ਜ਼ਿੰਦਗੀ ਜੀ ਰਹੇ ਹੈਗੇ ਨੇ। ਔਰ ਬੇਟੀ ਜਿਹੜੀ ਇਹਨਾਂ ਦੀ ਜਿਹੜੀ ਪੋਤਰੀ ਹੈਗੀ ਆ ਉਹ ਵੀ ਆਪਣੇ ਜਿਹੜੇ ਦਾਦੇ ਦੀ ਜਿਹੜੀ ਸੇਵਾ ਕਰਦੀ ਪਈ ਹੈਗੀ ਆ। ਉਸ ਵੱਲੋਂ ਨਹੀਂ ਜਾ ਰਹੀ। ਘਰ ਜਿਹੜਾ ਮਕਾਨ ਹੈਗਾ ਜਰਜਰ ਹਾਲਤ ਵਿੱਚ ਹੈਗਾ। ਜਦ ਧੁੱਪ ਪੈਂਦੀ ਆ ਤੇ ਕਮਰਿਆਂ ਦੇ ਅੰਦਰ ਜਿਹੜਾ ਉਹਨਾਂ ਇਸ ਘਰ ਦੇ ਅੰਦਰ ਪੈਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਬਰਸਾਤ ਦੇ ਦਿਨਾਂ 'ਚ ਜਿਸ ਤਰ੍ਹਾਂ ਅੱਜ ਕੱਲ੍ਹ ਬਰਸਾਤ ਬਾਰਿਸ਼ਾਂ ਚੱਲਦੀਆਂ ਹੈਗੀਆਂ, ਘਰ ਦੇ ਅੰਦਰ ਜਿਹੜੀ ਟੀਨਾਂ ਵਾਲੀ ਜਿਹੜੀ ਛੱਤ ਹੈਗੀ ਆ ਉਹਦੇ ਅੰਦਰੋਂ ਪਾਣੀ ਜਿਹੜਾ ਉਹ ਕਮਰੇ ਦੇ ਅੰਦਰ ਆ ਜਾਂਦਾ ਹੈਗਾ। ਕਾਫੀ ਸਮਾਨ ਇਹਨਾਂ ਦਾ ਘਰ ਦੇ ਵਿੱਚ ਖਰਾਬ ਵੀ ਹੋ ਚੁੱਕਾ ਹੈਗਾ। ਰਸੋਈ ਦੀ ਗੱਲ ਕਰੀਏ, ਰਸੋਈ ਦੇ ਵਿੱਚ ਵੀ ਹਾਲਾਤ ਕਾਫੀ ਨਾਜ਼ੁਕ ਹੈਗੇ ਸੀ। ਔਰ ਜਦ ਅਸੀਂ ਦੇਖ ਰਹੇ ਸੀਗੇ ਕਿ ਜਿਹੜੀ ਨੇਹਾ ਇਹਨਾਂ ਦੀ ਪੁੱਤਰੀ ਹੈਗੀ ਆ ਰੋਟੀ ਆਪਣੇ ਦਾਦਾ ਜੀ ਨੂੰ ਦੇ ਰਹੀ ਸੀ, ਔਰ ਉਹ ਅਚਾਰ ਦੇ ਨਾਲ ਜਿਹੜੀ ਰੋਟੀ ਦੇ ਰਹੀ ਸੀ, ਕਾਫੀ ਸਾਨੂੰ ਦੁੱਖ ਲੱਗ ਰਿਹਾ। ਸਰਕਾਰਾਂ ਦਾਅਵੇ ਜ਼ਰੂਰ ਕਰਦੀਆਂ ਹੈਗੀਆਂ ਕਿ ਅਸੀਂ ਗਰੀਬਾਂ ਦੀ ਮਦਦ ਕਰਦੇ ਪਏ ਹੈਗੇ ਆ, ਲੇਕਿਨ ਇਸ ਹਾਲਾਤ ਅਸੀਂ ਕਹਿ ਸਕਦੇ ਹਾਂ ਇੱਥੇ ਨਜ਼ਰ ਨਹੀਂ ਆ ਰਹੇ ਜੀ। ਕਹਿ ਸਕਦੇ ਹਾਂ ਕਿ ਪਰਿਵਾਰ ਜਿੱਥੇ ਸਰਕਾਰਾਂ ਦਾਅਵੇ ਕਰਦੀਆਂ ਕਿ ਅਸੀਂ ਉਹਨਾਂ ਦੀ ਮਦਦ ਕਰਦੇ ਪਏ ਹੈਗੇ, ਲੇਕਿਨ ਇਹ ਗੁਰਬਤ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੈਗਾ ਜੀ। ਗੁਰਪ੍ਰੀਤ, ਪੰਜਾਬ ਦੇ ਵਿੱਚ ਕਈ ਫਾਊਂਡੇਸ਼ਨਸ ਨੇ ਜੋ ਮਦਦ ਕਰਦੀਆਂ ਨੇ ਆਮ ਲੋਕਾਂ ਦੀਆਂ, ਬਹੁਤ ਸਾਰੀਆਂ ਐਵੇਂ ਫਾਊਂਡੇਸ਼ਨਸ ਨੇ, ਕਿ ਕਦੀ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਗਈ? ਜੀ ਬਿਲਕੁਲ ਦੱਸ ਦੇਣਾ ਚਾਹੁੰਦੇ ਕਿ ਇਹ ਏਰੀਆ ਜਿਹੜਾ ਨੀਮ ਪਹਾੜੀ ਏਰੀਆ ਹੈਗਾ, ਧਾਰ ਦਾ ਜਿਹੜਾ ਏਰੀਆ ਹੈਗਾ, ਉਹਦੇ ਵਿੱਚ ਇਹ ਪਿੰਡ ਜਿਹੜਾ ਸਮਾਨੂ ਪੈਂਦਾ। ਲੋਕ ਜਿਹੜੇ ਪਿੰਡ ਤੱਕ ਹੀ ਸੀਮਤ ਰਹਿ ਜਾਂਦੇ ਨੇ, ਜਾਂ ਇਹ ਪੰਚਾਇਤ ਸਰਪੰਚਾਂ ਤੱਕ ਹੀ ਸੀਮਤ ਰਹਿ ਜਾਂਦੇ ਨੇ। ਬਾਕੀ ਜਿਹੜਾ ਅਫਸਰਾਂ ਤੱਕ ਦੀ ਪਹੁੰਚ ਗੱਲ ਕਰੀਏ ਜਾਂ ਲੀਡਰਾਂ ਤੱਕ ਦੀ ਪਹੁੰਚ ਤੱਕ ਦੀ ਗੱਲ ਕਰੀਏ ਤੇ ਇਹਨਾਂ ਦੀ ਪਹੁੰਚ ਜਿਹੜੀ ਆ ਉਹ ਕੋਸੋਂ ਦੂਰ ਹੁੰਦੀ ਆ। ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੁੰਦੀਆਂ ਉਹ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜਾ ਆਪਣਾ ਉਹ ਘੱਟ ਜਿਹੜੀਆਂ ਪਹੁੰਚਦੀਆਂ ਹੈਗੀਆਂ, ਉਹ ਸ਼ਹਿਰਾਂ ਤੱਕ ਜ਼ਿਆਦਾਤਰ ਸੀਮਤ ਰਹਿੰਦੀਆਂ ਹੈਗੀਆਂ। ਇਹ ਲੋਕ ਅਨਪੜ੍ਹ ਲੋਕ ਹੁੰਦੇ ਨੇ, ਬਿਲਕੁਲ ਸਿੱਧੇ ਸਾਦੇ ਲੋਕ ਨੇ, ਪਹਾੜੀ ਜਿਹੜਾ ਏਰੀਆ ਟੱਚ ਕਰਦੇ ਹੈਗੇ ਨੇ। ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਚਲਾਕੀ ਜਿਹੜੀ ਗੱਲ ਕਰੀਏ ਇਹਨਾਂ ਨੂੰ ਨਹੀਂ ਆਂਦੀ, ਭੋਲੇ ਭਾਲੇ ਲੋਕ ਹੈਗੇ ਨੇ। ਲੇਕਿਨ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਨੇ, ਜਿਹੜੇ ਗੁਰਬਤ ਭਰੀ ਜ਼ਿੰਦਗੀ ਜਿੰਦੇ ਪਏ ਹੈਗੇ ਨੇ, ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ, ਤਾਂ ਕਿ ਉਹਨਾਂ ਦਾ ਜਿਹੜਾ ਰੋਜ਼ ਦਾ ਜਿਹੜਾ ਕੰਮ ਹੈਗਾ, ਜਿਸ ਤਰ੍ਹਾਂ ਦੇ ਉਹਨਾਂ ਦੀ ਰੋਜ਼ ਦੀ ਜਿਹੜੀ ਜ਼ਿੰਦਗੀ ਹੈਗੀ ਆ, ਉਹ ਵੀ ਜਿਹੜੀ ਸੁਖਾਵੀ ਹੋ ਸਕੇ ਜੀ। ਗੁਰਪ੍ਰੀਤ, ਸਰਕਾਰਾਂ ਦਾਅਵੇ ਕਰਦੀਆਂ ਨੇ, ਲੱਖ ਵਾਅਦੇ ਕਰਦੀਆਂ ਨੇ ਕਿ ਅਸੀਂ ਆਮ ਲੋਕਾਂ ਦੀ ਸਰਕਾਰਾਂ, ਅਸੀਂ ਆਮ ਲੋਕਾਂ ਦੀ ਜਿਹੜੀ ਹੈ ਮਦਦ ਕਰ ਰਹੇ ਹਾਂ, ਪਰ ਜਿਸ ਤਰੀਕੇ ਦੀ ਜ਼ਮੀਨੀ ਹਕੀਕਤ ਹੈ ਜੋ ਅਸੀਂ ਦੇਖ ਪਾ ਰਹੇ ਹਾਂ, ਸਰਕਾਰਾਂ ਦੇ ਦਾਅਵੇ ਵਾਅਦੇ ਜੋ ਨੇ ਉਹ ਖੋਖਲੇ ਸਾਬਿਤ ਹੋ ਰਹੇ ਨੇ ਇੱਥੇ। ਜੀ ਬਿਲਕੁਲ, ਜਿਸ ਤਰ੍ਹਾਂ ਮੁਖਤਿਆਰ ਨੇ ਸਾਨੂੰ ਦੱਸਿਆ ਸੀਗਾ ਕਿ ਮੈਂ ਆਪਣੇ ਮਕਾਨ ਜਿਹੜਾ ਮੇਰਾ ਕੱਚਾ ਹੈਗਾ ਉਸ ਦੇ ਲਈ ਕਈ ਵਾਰ ਫਾਈਲਾਂ ਜਿਹੜੀਆਂ ਮੈਂ ਭਰ ਕੇ ਦਿੱਤੀਆਂ, ਕਈ ਵਾਰ ਅਫਸਰ ਆਏ ਵੀ ਹੈਗੇ ਨੇ, ਔਰ ਇੱਥੇ ਸੀਮਤ ਰਹਿੰਦੇ ਨੇ। ਔਰ ਉਸ ਤੋਂ ਬਾਅਦ ਨਾ ਤੇ ਕਿਸੇ ਤਰ੍ਹਾਂ ਦੀ ਇਹਨਾਂ ਨੂੰ
ਇਹ ਪੈਸੇ ਮਿਲੇ ਨੇ ਮਕਾਨ ਪੱਕਾ ਕਰਨ ਵਾਸਤੇ, ਔਰ ਨਾ ਹੀ ਉਹ ਦੁਬਾਰਾ ਜਿਹੜੇ ਇਹਨਾਂ ਦੇ ਘਰ ਆਏ ਨੇ। ਇਹਨਾਂ ਨੇ ਸਾਨੂੰ ਵੀ ਫੋਟੋਆਂ ਕਰਨ ਦੇ ਉੱਪਰ ਇਤਰਾਜ਼ ਜਤਾਇਆ ਸੀ, ਪਰ ਫੋਟੋਆਂ ਕਰਨ ਦੇ ਉੱਪਰ ਇਤਰਾਜ਼ ਜਤਾਇਆ ਸੀ, ਪਰ ਜਦ ਅਸੀਂ ਇਹਨਾਂ ਨੂੰ ਸਾਰੀ ਗੱਲ ਦੱਸੀ ਸੀ ਕਿ ਅਸੀਂ ਤੁਹਾਡੀ ਸਾਰੀ ਗੱਲ ਜਿਹੜੀ ਆ ਉਹ ਸਰਕਾਰ ਤੱਕ ਪਹੁੰਚਾਵਾਂਗੇ, ਸਮਾਜ ਸੇਵੀ ਸੰਸਥਾਵਾਂ ਤੱਕ ਪਹੁੰਚਾਵਾਂਗੇ, ਉਸ ਤੋਂ ਬਾਅਦ ਥੋੜੇ ਇਹ ਰਾਜੀ ਹੋਏ ਸੀ। ਕਹਿ ਸਕਦੇ ਆ ਇਹ ਵੀ ਲੋਕ ਦੁਖੀ ਹੋ ਜਾਂਦੇ ਨੇ ਜਿਹੜੇ ਸਰਕਾਰ ਦਾਅਵੇ ਜਿਹੜੀਆਂ ਕਰਦੀਆਂ ਹੈਗੀਆਂ ਕਿ ਅਸੀਂ ਇਹਨਾਂ ਨੂੰ ਜਿਹੜੀਆਂ ਸਕੀਮਾਂ ਦਾ ਲਾਭ ਦਿੰਦੇ ਪਿਆ, ਸਕੀਮਾਂ ਨਹੀਂ ਪਹੁੰਚਦੀਆਂ ਹੈਗੀਆਂ, ਪੂਰੀਆਂ ਨਹੀਂ ਪਹੁੰਚਦੀਆਂ। ਕਿਤੇ ਨਾ ਕਿਤੇ ਲੀਡਰਾਂ ਦੇ ਜਿਹੜੇ ਚਹੇਤੇ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਨੇ, ਗਰੀਬ ਲੋਕ ਨੇ, ਜਿਹੜੇ ਗੁਰਬਤ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਨੇ, ਨੀਮ ਪਹਾੜੀ ਏਰੀਆ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਵੀ ਪਹੁੰਚ ਜਿਹੜੀਆਂ ਇੱਥੋਂ ਤੱਕ ਨਹੀਂ ਪਹੁੰਚਦੀ, ਜਿਸ ਦੇ ਚਲਦੇ ਇਹ ਬਿਲਕੁਲ ਸਰਕਾਰਾਂ ਵੱਲੋਂ ਜਿਹੜੀਆਂ ਸਕੀਮਾਂ ਜਿਹੜੀਆਂ ਚਲਾਈਆਂ ਜਾਂਦੀਆਂ ਉਹਨਾਂ ਨੂੰ ਸਾਰੀ ਉਮਰ ਤਰਸਦੇ ਰਹਿ ਜਾਂਦੇ ਨੇ। ਜੀ ਸ਼ੁਕਰੀਆ ਗੁਰਪ੍ਰੀਤ ਸਾਡੇ ਨਾਲ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ। ਤਾਂ ਇਹ ਪਰਿਵਾਰ ਜੋ ਹੈ ਗਰੀਬੀ ਦੀ ਮਾਰ ਚੱਲ ਰਿਹਾ ਹੈ ਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ। ਵੇਖਣਾ ਹੋਵੇਗਾ ਕਿ ਸਰਕਾਰ ਤੱਕ ਪਹੁੰਚਾਵੇ। ਇਸ ਪੇਸ਼ਕਸ਼ ਵਿੱਚ ਫਿਲਹਾਲ ਇਨਾ ਹੀ। ਤੁਸੀਂ ਬਣੇ ਰਹੋ ਲਿਵਿੰਗ ਇੰਡੀਆ ਨਿਊਜ਼ ਨਾਲ।